ਹੈਲੋ एवरीवन। ਅੱਜ ਅਸੀਂ ਬਣਾਵਾਂਗੇ 10ਵੀਂ ਦੀ SSC ਦਾ ਪਾਠ ਨੰਬਰ 10 ਜਨਸੰਖਿਆ। ਸਟਾਰਟ ਕਰਦੀ ਹਾਂ। ਜਨਸੰਖਿਆ ਇੱਕ ਸਾਧਨ ਦੀ ਦ੍ਰਿਸ਼ਟੀ ਤੋਂ ਬੌਧਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਨਾਗਰਿਕ ਹੀ ਕਿਸੇ ਦੇਸ਼ ਦਾ ਸਭ ਤੋਂ ਵੱਡਾ ਅਤੇ ਵੱਡਮੁੱਲਾ ਸਾਧਨ ਹੁੰਦਾ ਹੈ। ਚਾਹੇ ਦੇਸ਼ ਦੀ ਸਰਹੱਦਾਂ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਫਿਰ ਆਰਥਿਕ ਵਿਕਾਸ ਨੂੰ ਅੱਗੇ ਵਧਾਉਣਾ ਹੋਵੇ। ਸੁਹਿਰਦ ਅਤੇ ਨਿਪੁੰਨ ਨਾਗਰਿਕ ਹੀ ਠੋਸ ਅਤੇ ਯੋਜਨਾਬੱਧ ਤਰੀਕੇ ਨਾਲ ਭਰਪੂਰ ਸਹਾਰਾ ਦੇ ਸਕਦੇ ਹਨ। ਜੇ ਨਾਗਰਿਕ ਤੰਦਰੁਸਤ ਹੋਊਗਾ ਤਾਂ ਹੀ ਉਹ ਸਾਡੇ ਦੇਸ਼ ਦੇ ਤਰੱਕੀ ਦੇ ਲਈ, ਦੇਸ਼ ਦੀ ਸੁਰੱਖਿਆ ਦੇ ਲਈ ਕੰਮ ਕਰ ਸਕਦਾ। ਅੱਜ ਦੇ ਜਾਣਕਾਰੀ ਅਤੇ ਸੂਚਨਾ 'ਤੇ ਆਧਾਰਿਤ ਸੰਸਾਰ ਵਿੱਚ ਮਨੁੱਖੀ ਸਾਧਨਾਂ ਦਾ ਦੇਸ਼ ਦੇ ਨਿਰਮਾਣ ਅਤੇ ਵਿਕਾਸ ਵਿੱਚ ਪਹਿਲਾਂ ਤੋਂ ਵੱਧ ਅਸਰਦਾਰ ਸਥਾਨ ਮਹਿਸੂਸ ਕੀਤਾ ਜਾ ਰਿਹਾ ਹੈ। ਹੁਣ ਸੰਸਾਰ ਦੇ ਸਾਰੇ ਦੇਸ਼, ਖਾਸ ਕਰਕੇ ਵਿਕਾਸਸ਼ੀਲ ਦੇਸ਼, ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪਹਿਲਾਂ ਤੋਂ ਵੱਧ ਧਿਆਨ ਦੇਣ ਲੱਗ ਪਏ ਹਨ। ਬੱਚਿਓ, ਕੀ ਤੁਸੀਂ ਸੋਚ ਸਕਦੇ ਹੋ ਅਜਿਹਾ ਕਿਉਂ ਹੈ? ਏਸ਼ੀਅਨ ਟਾਈਗਰ ਦੇ ਨਾਂ ਨਾਲ ਜਾਣੇ ਜਾਣ ਵਾਲੇ ਦੱਖਣੀ ਕੋਰੀਆ, ਤਾਈਵਾਨ, ਹਾਂਗਕਾਂਗ, ਸਿੰਗਾਪੁਰ ਅਤੇ ਮਲੇਸ਼ੀਆ ਆਦਿ ਦੇਸ਼ਾਂ ਵਿੱਚ ਬੜੀ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਸਿਹਰਾ ਪਿਛਲੇ ਦਹਾਕਿਆਂ ਵਿੱਚ ਪਿਛਲੇ ਸਮੇਂ ਵਿੱਚ ਉੱਥੇ ਹੋਏ ਮਨੁੱਖੀ ਸਾਧਨਾਂ 'ਤੇ ਕੀਤੇ ਗਏ ਭਾਰੀ ਨਿਵੇਸ਼ ਨੂੰ ਦਿੱਤਾ ਜਾ ਰਿਹਾ ਹੈ। ਮਨੁੱਖੀ ਸਾਧਨ ਵਿਕਾਸ ਵਿੱਚ ਨਾ ਕੇਵਲ ਸਿੱਖਿਆ, ਤਕਨੀਕੀ ਨਿਪੁੰਨਤਾ, ਸਿਹਤ ਅਤੇ ਪਾਲਣ ਪੋਸ਼ਣ ਜਿਹੇ ਸੂਚਕਾਂ ਨੂੰ, ਬਲਕਿ ਮਨੁੱਖੀ ਚਾਲ ਚੱਲਣ ਤੇ ਸੋਚ, ਸੱਭਿਅਤਾ ਤੇ ਸੰਸਕ੍ਰਿਤੀ, ਜਾਤਾਂ ਤੇ ਰਾਸ਼ਟਰੀ ਮਾਣ ਜਿਹੇ ਸੂਚਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਾਅਦ ਹੀ ਮਨੁੱਖੀ ਸਾਧਨ ਵਿਕਾਸ ਵਿੱਚ ਸੰਪੂਰਨ ਵਿਚਾਰਧਾਰਾ ਬਣ ਸਕੇਗਾ। ਜਿੰਨਾ ਅਸੀਂ ਮਨੁੱਖਾਂ ਦੀ ਬਿਹਤਰੀ 'ਤੇ ਖਰਚ ਦੇਵਾਂਗੇ, ਉਵੇਂ ਸਾਡੇ ਉਹ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ। ਸਾਡੇ ਦੇਸ਼ ਵਿੱਚ ਵੀ ਹੁਣ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪਹਿਲਾਂ ਨਾਲੋਂ ਵੱਧ ਤਵੱਜੋ ਧਿਆਨ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਅਮਰੀਕਾ ਵਿੱਚ ਕੰਮ ਕਰਦੇ ਭਾਰਤੀ ਆਧਾਰ ਵਾਲੇ ਅਰਥਸ਼ਾਸਤਰੀ ਪ੍ਰੋਫੈਸਰ ਅਮਰਤਿਆ ਸੇਨ ਦੇ ਮੁਤਾਬਕ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪੂਰਨ ਧਿਆਨ ਨਾ ਦੇਣਾ ਭਾਰਤੀ ਯੋਜਨਾਵਾਂ ਦੀ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਈ ਭੁੱਲ ਹੈ। ਉਹ ਇਸ ਨੂੰ ਸਾਡੀਆਂ ਆਰਥਿਕ ਅਸਫਲਤਾਵਾਂ ਦੇ ਮੁੱਖ ਕਾਰਨਾਂ ਵਿੱਚ ਸਭ ਤੋਂ ਵੱਧ ਮੰਨਦੇ ਹਨ। ਅਸੀਂ ਵਿਕਾਸ ਦੇ ਲਈ ਪੂਰੀ ਤਰ੍ਹਾਂ ਮਸ਼ੀਨਾਂ 'ਤੇ ਨਿਰਭਰ ਨਹੀਂ ਕਰ ਸਕਦੇ। ਮਨੁੱਖਾਂ ਦਾ ਯੋਗਦਾਨ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਇਸ ਕਰਕੇ ਉਹਨਾਂ ਦੇ ਯੋਗਦਾਨ ਵੱਲ ਸਾਨੂੰ ਉਚਿਤ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਮਾਜਿਕ ਨਿਆਂ ਦੇ ਮੁੱਦਿਆਂ 'ਤੇ ਪੂਰਾ ਧਿਆਨ ਦੇਣ ਕਰਕੇ ਆਜ਼ਾਦ ਭਾਰਤ ਵਿੱਚ ਹੋਏ ਆਰਥਿਕ ਵਿਕਾਸ ਦਾ ਲਾਭ ਗਰੀਬਾਂ, ਇਸਤਰੀਆਂ ਅਤੇ ਸਮਾਜਕ ਤੇ ਕਮਜ਼ੋਰ ਤੇ ਦੱਬੇ ਕੁਚਲੇ ਵਰਗਾਂ ਤੱਕ ਪਹੁੰਚ ਨਹੀਂ ਸਕਿਆ। ਇਸ ਕਰਕੇ ਆਰਥਿਕ ਵਿਕਾਸ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਿਕ ਅਸਮਾਨਤਾਵਾਂ ਪੈਦਾ ਹੋ ਗਈਆਂ ਹਨ। ਅੱਜ ਕੱਲ੍ਹ ਜੋ ਜਾਤ, ਧਾਰਮਿਕ ਅਤੇ ਖੇਤਰੀ ਅੰਦੋਲਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ, ਇਹਨਾਂ ਦਾ ਇੱਕ ਮੁੱਖ ਕਾਰਨ ਮਨੁੱਖੀ ਸਾਧਨਾਂ ਦੇ ਵਿਕਾਸ ਵੱਲ ਪੂਰਾ ਧਿਆਨ ਨਾ ਦੇਣਾ ਹੈ। ਕਿ ਜੋ ਵੀ ਸਾਡੇ ਦੇਸ਼ ਦੇ ਵਿੱਚ ਅੰਦੋਲਨ ਹੋ ਰਹੇ ਨੇ, ਵਿਦਰੋਹ ਹੋ ਰਹੇ ਨੇ, ਉਹ ਸਿਰਫ ਇਸ ਕਰਕੇ ਹੈ ਕਿ ਮਨੁੱਖੀ ਵਿਕਾਸ ਦੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਗਿਆ, ਉਹਨਾਂ ਨੂੰ ਉਚਿਤ ਸਾਧਨ ਉਪਲਬਧ ਨਹੀਂ ਕਰਵਾਏ ਗਏ। ਮਨੁੱਖੀ ਸਾਧਨਾਂ ਦੇ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਸ ਪਾਠ ਵਿੱਚ ਭਾਰਤ ਦੀ ਜਨਸੰਖਿਆ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਜਿਵੇਂ ਵੰਡ, ਘਣਤਾ, ਵਾਧਾ, ਉਮਰ, ਲਿੰਗ ਅਨੁਪਾਤ, ਪੇਂਡੂ ਸ਼ਹਿਰੀ ਵੰਡ, ਸਿੱਖਿਆ, ਆਰਥਿਕ ਬਣਤਰ ਆਦਿ ਦਾ ਅਧਿਐਨ ਕੀਤਾ ਗਿਆ ਹੈ। ਕਿ ਕਿਹੜੇ ਏਰੀਏ ਵਿੱਚ ਕਿੰਨੀ ਵਸੋਂ ਰਹਿੰਦੀ ਆ, ਉਹਨਾਂ ਦੀ ਉਮਰ ਕੀ ਆ, ਉਹਨਾਂ ਦਾ ਲਿੰਗ ਕੀ ਆ, ਉਹ ਇਸਤਰੀ ਆ ਜਾਂ ਪੁਰਸ਼ ਆ, ਉਹ ਪਿੰਡਾਂ 'ਚ ਰਹਿੰਦੇ ਜਾਂ ਸ਼ਹਿਰਾਂ 'ਚ ਰਹਿੰਦੇ ਆ, ਉਹ ਕਿੰਨਾ ਪੜ੍ਹੇ ਲਿਖੇ ਨੇ ਜਾਂ ਕਿਹੜੇ ਕੰਮ ਕਰਦੇ, ਇਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕੀਤਾ ਗਿਆ। ਭਾਰਤ ਦੀ ਜਨਸੰਖਿਆ ਗਿਣਤੀ ਕਿਵੇਂ ਆ? ਕਾਊਂਟਿੰਗ। ਜਨਸੰਖਿਆ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ, ਪੋਪੂਲੇਸ਼ਨ ਹੁੰਦੀ ਆ। ਜਨਸੰਖਿਆ ਦੇ ਵਾਧਾ ਅਤੇ ਵੰਡ ਕਿਵੇਂ ਵਾਧਾ ਹੋ ਜਾ ਰਿਹਾ ਜਨਸੰਖਿਆ ਦੇ ਵਿੱਚ, ਇਹਦੀ ਵੰਡ ਕਿਸ ਤਰ੍ਹਾਂ ਹੋ ਰਹੀ ਹੈ? ਦੇਖੋ, ਭਾਰਤ ਉਪ ਮਹਾਦੀਪ ਸੰਸਾਰ ਦੇ ਕੁਝ ਗਿਣੇ ਚੁਣੇ ਉਹਨਾਂ ਖੇਤਰਾਂ ਵਿੱਚ ਹੈ ਜਿੱਥੇ ਜਨਸੰਖਿਆ ਦਾ ਵਸੇਵਾ ਬਹੁਤ ਹੀ ਪ੍ਰਾਚੀਨ ਸਮੇਂ ਤੋਂ ਹੈ। ਬਹੁਤ ਪੁਰਾਣੇ ਸਮੇਂ ਤੋਂ ਲੋਕ ਇੱਥੇ ਰਹਿੰਦੇ ਹਨ। ਭਾਰਤੀ ਮਹਾਦੀਪ ਵਿੱਚ ਸੰਸਾਰ ਦੀ ਪੁਰਾਤਨ ਸੱਭਿਅਤਾ ਵਿੱਚੋਂ ਸਿੰਧ ਘਾਟੀ ਦੀ ਸੱਭਿਅਤਾ ਦੇ ਨਾਲ ਨਾਲ ਜਾਂਦੀ ਇੱਕ ਸੱਭਿਅਤਾ ਦਾ ਜਨਮ ਤੇ ਵਿਕਾਸ ਹੋਇਆ ਹੈ। ਇੱਕ ਅੰਦਾਜ਼ੇ ਦੇ ਅਨੁਸਾਰ ਅਕਬਰ ਦੀ ਮੌਤ ਦੇ ਸਮੇਂ ਭਾਰਤ ਦੀ ਜਨਸੰਖਿਆ 1605 ਈਸਵੀ ਵਿੱਚ 10 ਕਰੋੜ ਸੀ, 1750 ਵਿੱਚ 19 ਕਰੋੜ ਅਤੇ 1850 ਵਿੱਚ 23.3 ਕਰੋੜ ਹੋਣ ਦਾ ਅੰਦਾਜ਼ਾ ਸੀ। ਇਹ ਜਨਸੰਖਿਆ ਸਧਾਰਨ ਹਾਲਤਾਂ ਵਿੱਚ ਹੌਲੀ-ਹੌਲੀ ਵੱਧਦੀ ਰਹਿੰਦੀ ਸੀ, ਪਰੰਤੂ ਲੜਾਈਆਂ, ਮਹਾਂਮਾਰੀਆਂ, ਕਾਲ ਪੈਣ 'ਤੇ ਬਹੁਤ ਤੇਜ਼ੀ ਨਾਲ ਘਟ ਜਾਂਦੀ ਸੀ। ਜਨਸੰਖਿਆ ਨਾਰਮਲ ਤਰੀਕੇ ਨਾਲ ਵੱਧਦੀ ਸੀ, ਲੇਕਿਨ ਜਿਵੇਂ ਕਿ ਮੁਸੀਬਤ ਆਉਂਦੀ ਸੀ, ਜਿਵੇਂ ਹੜ੍ਹ ਆ ਗਏ, ਠੀਕ ਆ, ਜਿਵੇਂ ਯੁੱਧ ਹੋ ਗਿਆ, ਮਹਾਂਮਾਰੀ ਆ ਗਈ, ਇਹਨਾਂ ਦੇ ਨਾਲ ਨਾਲ ਲੋਕਾਂ ਦੀ ਜਿਹੜੀ ਮੌਤ ਦਰ ਵੱਧ ਜਾਂਦੀ ਸੀ ਅਤੇ ਜਨਸੰਖਿਆ ਫਿਰ ਬਰਾਬਰ ਹੋ ਜਾਂਦੀ ਸੀ, ਬਹੁਤ ਛੇਤੀ ਨਹੀਂ ਵੱਧਦੀ ਸੀ।
ਅਜੋਕੇ ਸਮੇਂ ਵਿੱਚ ਇਹਨਾਂ ਸਮੱਸਿਆਵਾਂ ਵਿੱਚ ਬਹੁਤ ਤੇਜ਼ੀ ਨਾਲ ਤਬਦੀਲੀ ਆਈ ਹੈ, ਲੇਕਿਨ ਹੁਣ ਇਸ ਸਮੱਸਿਆ ਦੇ ਵਿੱਚ ਬਹੁਤ ਸਾਰੀ ਤਬਦੀਲੀ ਆਈ ਹੈ। ਮਤਲਬ ਕਿ ਉਹਨਾਂ ਨੇ ਹਰ ਇੱਕ ਬਿਮਾਰੀ ਦਾ, ਹਰ ਇੱਕ ਚੀਜ਼ ਦਾ ਤੋੜ ਲੱਭ ਲਿਆ ਹੈ। ਮਹਾਂਮਾਰੀ ਤੇ ਭੁੱਖਮਰੀ ਨਾਲ ਹੋਣ ਵਾਲੀਆਂ ਮੌਤਾਂ ਅਤੇ ਆਧੁਨਿਕ ਡਾਕਟਰੀ ਵਿਗਿਆਨ ਅਤੇ ਤਕਨੋਲੋਜੀ ਨੇ ਕਾਬੂ ਪਾ ਲਿਆ ਹੈ। ਮਤਲਬ ਕੋਈ ਨਾ ਕੋਈ ਮਹਾਂਮਾਰੀ ਆਉਂਦੀ ਹੈ ਤਾਂ ਕੋਈ ਨਾ ਕੋਈ ਵੈਕਸੀਨ ਕੱਢ ਲੈਂਦੇ ਆ ਜਾਂ ਕੋਈ ਨਾ ਕੋਈ ਦਵਾਈ ਬਣਾ ਦਿੰਦੇ ਆ, ਜਿਨ੍ਹਾਂ ਤੋਂ ਉਹਨਾਂ ਦੀ ਉਮਰ ਵੱਧ ਜਾਂਦੀ ਹੈ। ਇਸ ਕਾਰਨ ਭਾਰਤ ਦੀ ਜਨਸੰਖਿਆ ਜੋ 1901 ਵਿੱਚ 23.8 ਕਰੋੜ ਸੀ, 1951 ਵਿੱਚ 35.9 ਕਰੋੜ, 2001 ਵਿੱਚ 102.7 ਕਰੋੜ, 2011 ਵਿੱਚ 121 ਕਰੋੜ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਇਸ ਸਦੀ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਜਨਸੰਖਿਆ ਵਿੱਚ ਲਗਭਗ 5 ਗੁਣਾ ਅਤੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲਗਭਗ 3 ਗੁਣਾ ਵਾਧਾ ਹੋਇਆ ਹੈ, ਜੋ ਕਿ ਸਾਰਣੀ ਤੋਂ ਸਪਸ਼ਟ ਹੈ। ਆਹ ਦੇਖੋ ਭਾਰਤ ਦੀ ਜਨਸੰਖਿਆ ਸਾਰਣੀ 1901 ਦੇ ਵਿੱਚ 11, 12, 21 ਦੇ 1031 1931 ਹੋ ਗਿਆ, 41, 52 ਹਰ ਇੱਕ ਦੇ 1901 ਦੇ ਵਿੱਚ ਕਿੰਨੇ ਸੀਗੇ? 23 ਕਰੋੜ ਸੀਗੇ, 23 ਕਰੋੜ 23.3 ਕਰੋੜ ਸੀਗੀ, ਜਿਹੜੀ ਕਿ 2011 ਵਿੱਚ ਵੱਧ ਕੇ 121 ਕਰੋੜ ਹੋ ਚੁੱਕੀ ਹੈ। ਇਸ ਸਾਰਣੀ ਤੋਂ ਕੁਝ ਨਤੀਜੇ ਕੱਢੋ। ਦੇਖੋ ਕਿ 1921 ਤੇ 1952 ਦੇ ਸਾਲਾਂ ਤੋਂ ਬਾਅਦ ਵਸੋਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਸੇ ਕਰਕੇ ਸਾਲ 1921 ਤੇ 51 ਨੂੰ ਜਨਸੰਖਿਅਕ ਵਿਭਾਜਕ ਦੇ ਨਾਂ ਨਾਲ ਮੰਨਿਆ ਗਿਆ ਹੈ। ਇਹਨਾਂ ਜਨਸੰਖਿਅਕ ਦਹਾਕਿਆਂ ਦੇ ਬਾਅਦ ਮੌਤਾਂ ਦਾ ਕਾਫੀ ਘਟਨਾ ਵੀ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ। ਇੱਥੇ ਸਾਡੇ ਦੇਸ਼ ਵਿੱਚ ਇੰਨੀ ਵਿਸ਼ਾਲ ਜਨਸੰਖਿਆ ਹੈ ਕਿ ਇਸ ਦੇ ਪੱਖ ਤੋਂ ਭਾਰਤ ਦਾ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰਾ ਨੰਬਰ ਬਣਦਾ ਹੈ। ਇਹ ਜਨਸੰਖਿਆ ਸੰਯੁਕਤ ਰਾਜ ਅਮਰੀਕਾ, ਰੂਸ ਸੰਘ ਦੋਵਾਂ ਦੀ ਕੁੱਲ ਜਨਸੰਖਿਆ ਤੋਂ ਵੀ ਵੱਧ ਹੈ। ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀ ਕੁੱਲ ਜਨਸੰਖਿਆ ਦੇ 7 ਗੁਣਾ ਤੋਂ ਵੀ ਵੱਧ ਜਨਸੰਖਿਆ ਭਾਰਤ ਵਿੱਚ ਵਸਦੀ ਹੈ। ਜਿੰਨੀ ਜਨਸੰਖਿਆ ਪਾਕਿਸਤਾਨ ਦਾ, ਉਹਦੀ 7 ਗੁਣਾ ਵੱਧ ਜਿਹੜੀ ਇੰਡੀਆ ਦੇ ਵਿੱਚ ਹੈ। ਹੁਣ ਇਸ ਵੱਧਦੀ ਜਨਸੰਖਿਆ ਦੇ ਨਤੀਜੇ ਕੀ ਹੁੰਦੇ ਆ? ਵਿਸ਼ਾਲ ਜਨਸੰਖਿਆ ਦੇ ਨਤੀਜੇ। ਇੰਨੀ ਵੱਡੀ ਤੇ ਵਿਸ਼ਾਲ ਜਨਸੰਖਿਆ ਦੇ ਬਹੁਤ ਸਾਰੇ ਨਤੀਜੇ ਨਿਕਲਦੇ ਹਨ, ਜਿਨ੍ਹਾਂ ਵਿੱਚ ਕੁਝ ਲਾਭਕਾਰੀ ਤੇ ਕੁਝ ਹਾਨੀਕਾਰਕ ਹੁੰਦੇ ਹਨ। ਜਨਸੰਖਿਆ ਵੱਡੀ ਆ, ਇਹਦੇ ਨਾਲ ਕੁਝ ਲਾਭ ਹੁੰਦੇ ਆ ਤੇ ਕੁਝ ਹਾਨੀਆਂ ਨੇ। ਲਾਭਕਾਰੀ ਨਤੀਜਿਆਂ ਵਿੱਚ ਸਭ ਤੋਂ ਪਹਿਲਾਂ ਇੰਨੀ ਵੱਡੀ ਜਨਸੰਖਿਆ ਦੇ ਕਾਰਨ ਭਾਰਤ ਦੀ ਸੰਸਾਰ ਵਿੱਚ ਰਾਜਨੀਤਿਕ ਤਾਕਤ ਬਣੀ ਹੋਈ ਹੈ। ਮਤਲਬ ਰਾਜਨੀਤਿਕ ਤੌਰ 'ਤੇ ਇਹ ਮਜ਼ਬੂਤ ਆ। ਨਾਲ ਹੀ ਇਸ ਨਾਲ ਇੱਕ ਤਾਂ ਬਹੁਤ ਵੱਡਾ ਬਾਜ਼ਾਰ ਭਾਰਤੀ ਸਮਾਨ ਨੂੰ ਵਿਕਰੀ ਲਈ ਭਾਰਤ ਵਿੱਚ ਹੀ ਮਿਲ ਜਾਂਦਾ ਹੈ, ਅਤੇ ਦੂਸਰੀ ਬਹੁਤ ਵੱਡੀ ਜਨਸ਼ਕਤੀ ਵੀ ਪ੍ਰਾਪਤ ਹੁੰਦੀ ਹੈ। ਵਿਸ਼ਾਲ ਦੇਸੀ ਬਾਜ਼ਾਰ ਤੇ ਜਨਸ਼ਕਤੀ ਮਿਲ ਕੇ ਤੇਜ਼ ਆਰਥਿਕ ਵਿਕਾਸ ਵਿੱਚ ਵਾਧਾ ਕਰਦੇ ਹਨ। ਦੂਜੇ ਪਾਸੇ ਇਹ ਹੋ ਗਏ ਲਾਭ। ਹਾਨੀਆਂ ਦੇਖੋ। ਵੱਡੀ ਵਸੋਂ ਦੇ ਹਾਨੀਕਾਰਕ ਪ੍ਰਭਾਵ ਵਿੱਚ ਜਨਸੰਖਿਆ ਦਾ ਸਾਧਨਾਂ ਦੀ ਵੱਧ ਤੋਂ ਵੱਧ ਦਬਾਅ। ਜਿੰਨੇ ਸਾਧਨ ਘੱਟ ਆ, ਜਨਸੰਖਿਆ ਵੱਧ ਹੈ, ਇਸ ਕਰਕੇ ਸਾਧਨਾਂ 'ਤੇ ਵੱਧ ਤੋਂ ਵੱਧ ਦਬਾਅ ਹੁੰਦਾ। ਪ੍ਰਤੀ ਵਿਅਕਤੀ ਆਧਾਰ 'ਤੇ ਆਮਦਨ ਤੇ ਆਵਾਸ ਸਹੂਲਤਾਂ ਦੀ ਘਾਟ, ਫੈਸਿਲਿਟੀਜ਼ ਦੀ ਘਾਟ ਆ ਐਡੀ ਜਨਸੰਖਿਆ ਕਰਕੇ। ਲੰਬੀਆਂ ਕਤਾਰਾਂ ਨੇ, ਜਦੋਂ ਵੀ ਕਿਸੇ 'ਚ ਕੋਈ ਚੀਜ਼ ਲੈਣਾ ਹੁੰਦਾ ਤਾਂ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ। ਵੱਡੇ ਜਨਸੰਖਿਅਕ ਸਮੂਹ ਦੀਆਂ ਪ੍ਰਬੰਧਕ ਸਮੱਸਿਆਵਾਂ ਆਦਿ ਮੁੱਖ ਹਨ। ਹੁਣ ਇੰਨੀ ਜਨਸੰਖਿਆ ਨੂੰ ਸੰਭਾਲਣਾ ਤੇ ਹਰ ਫੈਸਿਲਿਟੀ ਦੇਣ ਦਾ ਪ੍ਰਬੰਧ ਕਰਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੈ, ਵੱਡੀ ਸਮੱਸਿਆ। ਜਨਸੰਖਿਆ ਦੇ ਅੰਤਰ ਸੂਬਾਈ ਵਖਰੇਵੇਂ। ਭਾਰਤ ਵਿੱਚ 29 ਰਾਜ, ਹੁਣ 28 ਹੋ ਗਿਆ, 28 ਰਾਜ ਤੇ 9 ਕੇਂਦਰੀ ਸ਼ਾਸਿਤ ਪ੍ਰਦੇਸ਼ ਹਨ। ਇਹਨਾਂ ਦੀ ਕੁੱਲ ਜਨਸੰਖਿਆ 121 ਕਰੋੜ ਤੋਂ ਵੱਧ ਹੈ। ਇਸ ਆਧਾਰ 'ਤੇ ਇੱਕ ਰਾਜ ਦੀ ਔਸਤ ਜਨਸੰਖਿਆ ਲਗਭਗ 4 ਕਰੋੜ ਤੋਂ ਵੱਧ ਬਣਦੀ ਹੈ। ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਹੈ, ਜਿੱਥੇ ਲਗਭਗ 20 ਕਰੋੜ ਲੋਕ ਵਸਦੇ ਹਨ। ਦੂਸਰੇ ਪਾਸੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਮ ਹੈ, ਵੈਰੀ ਛੋਟਾ ਤੁਹਾਨੂੰ, ਜਿੱਥੇ ਕੇਵਲ 6 ਲੱਖ ਲੋਕ ਹੀ ਵਸਦੇ ਹਨ। ਭਾਰਤ ਵਿੱਚ 5 ਕਰੋੜ ਤੋਂ ਵੱਧ ਜਨਸੰਖਿਆ ਵਾਲੇ 10 ਰਾਜ ਹਨ, ਜਿਹਦੇ ਵਿੱਚ 5 ਕਰੋੜ ਤੋਂ ਵੱਧ ਜਨਸੰਖਿਆ। ਇਹਨਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ ਅਤੇ ਤਾਮਿਲਨਾਡੂ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਵਿੱਚ ਵੀ ਜਨਸੰਖਿਆ 1 ਕਰੋੜ ਤੋਂ ਵੱਧ ਹੈ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ 8 ਰਾਜ ਅਜਿਹੇ ਹਨ ਜਿੱਥੇ ਕੁੱਲ ਜਨਸੰਖਿਆ 50 ਲੱਖ ਤੋਂ ਵੀ ਘੱਟ ਮਿਲਦੀ ਹੈ। ਇਹਨਾਂ ਰਾਜਾਂ ਵਿੱਚ ਸਿੱਕਮ ਤੋਂ ਇਲਾਵਾ ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ, ਮਣੀਪੁਰ, ਗੋਆ ਅਤੇ ਤ੍ਰਿਪੁਰਾ ਸ਼ਾਮਲ ਹਨ। ਸਾਡੇ ਆਪਣੇ ਪੰਜਾਬ ਰਾਜ ਵਿੱਚ ਕੁੱਲ ਜਨਸੰਖਿਆ 2.75 ਕਰੋੜ ਤੋਂ ਕੁਝ ਵੱਧ ਹੈ। ਜਨਸੰਖਿਆ ਦੇ ਆਧਾਰ 'ਤੇ ਪੰਜਾਬ ਭਾਰਤ ਦੇ 28 ਰਾਜਾਂ ਵਿੱਚੋਂ 16ਵੇਂ ਸਥਾਨ 'ਤੇ ਹੈ, ਅਤੇ ਦੇਸ਼ ਦੀ ਲਗਭਗ 2.5% ਜਨਸੰਖਿਆ ਸਾਡੇ ਪੰਜਾਬ ਰਾਜ ਵਿੱਚ ਵਸਦੀ ਹੈ।
ਅਗਲੇ ਪੰਨੇ ਤੇ ਦਿੱਤੀ ਸਾਰਣੀ ਵਿੱਚ ਵਰਣਨ ਕੀਤੀ ਗਈ ਅੰਤਰਰਾਜੀ ਜਨਸੰਖਿਅਕ ਵੰਡ ਤੋਂ ਇਹ ਸਪਸ਼ਟ ਹੈ ਕਿ ਅੰਤਰਰਾਜੀ ਵੰਡ ਵਿੱਚ ਭਾਰੀ ਅਸਮਾਨਤਾਵਾਂ ਹਨ। ਉਦਾਹਰਨ ਦੇ ਲਈ ਜਨਸੰਖਿਆ ਦੇ ਆਧਾਰ ਤੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਜਨਸੰਖਿਆ ਇਸੀ ਆਧਾਰ ਤੇ ਸਭ ਤੋਂ ਛੋਟੇ ਰਾਜ ਸਿੱਕਮ ਤੋਂ ਲਗਭਗ 374 ਗੁਣਾ ਵੱਧ ਹੈ। ਕੀ ਤੁਸੀਂ ਇੰਨੀ ਵਿਸ਼ਾਲ ਜਨਸੰਖਿਆ ਦੀ ਵੰਡ ਵਿੱਚ ਅਸਮਾਨਤਾਵਾਂ ਦੇ ਨਤੀਜਿਆਂ ਦਾ ਕੁਝ ਅੰਦਾਜ਼ਾ ਲਗਾ ਸਕਦੇ ਹੋ? ਦੂਸਰੇ ਪਾਸੇ ਕੇਂਦਰ ਦੁਆਰਾ ਜਨਸੰਖਿਆ ਦੇ ਆਧਾਰ ਤੇ ਰਾਜਾਂ ਵਿੱਚ ਵਿੱਤੀ ਸਾਧਨਾਂ ਦੀ ਵੰਡ, ਵੱਡੇ ਰਾਜਾਂ ਵਿੱਚ ਰਾਜ ਪ੍ਰਬੰਧ ਦੀ ਸਮੱਸਿਆ ਅਤੇ ਵਿਸ਼ਾਲ ਰਾਜਾਂ ਵਿੱਚ ਅਲੱਗ ਤੌਰ ਤੇ ਛੋਟੇ ਰਾਜ ਬਣਾਉਣ ਲਈ ਉੱਠਣ ਵਾਲੀਆਂ ਆਵਾਜ਼ਾਂ ਆਦਿ ਦੀਆਂ ਕਈ ਸਮੱਸਿਆਵਾਂ ਜਨਸੰਖਿਆ ਦੀ ਸਮਾਨ ਵੰਡ ਦਾ ਸਿੱਟਾ ਹਨ। ਹੁਣ ਦੇਖੋ, ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅੰਕੜੇ ਦਿੱਤੇ ਹੋਏ ਆ ਨੀਚੇ। ਕਿਹੜੇ ਸਟੇਟ ਦੇ ਵਿੱਚ ਕਿੰਨੀ ਜਨਸੰਖਿਆ ਰਹਿੰਦੀ ਹੈ ਤੇ ਉਹਦੀ ਕਿੰਨੇ ਵਰਗ ਕਿਲੋਮੀਟਰ ਤੇ ਕਿੰਨੀ ਜਨਸੰਖਿਆ ਰਹਿੰਦੀ ਹੈ। ਇਸ ਦਾ ਪਹਿਲਾ ਪਾਰਟ, ਬਾਕੀ ਨੈਕਸਟ ਪਾਰਟ ਕਰਾਂਗੇ।